ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਸ਼੍ਰੀ ਗੁਰੂ ਅੰਗਦ ਦੇਵ ਜੀ 13 ਜੂਨ 1539 ਈਸਵੀ ਨੂੰ ਗੱਦੀ ਤੇ ਵਿਰਾਜਮਾਨ ਹੋਏ। ਉਹਨਾਂ ਗੁਰੂ ਨਾਨਕ ਦੇਵ ਜੀ ਦੁਆਰਾ ਸ਼ੁਰੂ ਕੀਤੇ ਕੰਮਾਂ ਨੂੰ ਅੱਗੇ ਜਾਰੀ ਰੱਖਿਆ, ਜਿਵੇਂ ਲੰਗਰ ਪ੍ਰਥਾ ਤੇ ਲੋਕਾਂ ਵਿੱਚ ਸਹੀ ਅਧਿਆਤਮਕਤਾ ਦਾ ਸੰਚਾਰ ਕਰਨਾ। ਗੁਰੂ ਅੰਗਦ ਦੇਵ ਜੀ ਨੇ ਅਧਿਆਤਮਕ ਵਿਕਾਸ ਦੇ ਨਾਲ-ਨਾਲ ਸਰੀਰਕ ਵਿਕਾਸ ਦੇ ਮਹੱਤਵ ਨੂੰ ਸਮਝਦੇ ਹੋਏ ਮੱਲ ਅਖਾੜਾ ਸ਼ੁਰੂ ਕੀਤਾ, ਜਿਸ ਵਿੱਚ ਸਰੀਰਕ ਵਿਕਾਸ ਤੇ ਉਸ ਦੀ ਮਜ਼ਬੂਤੀ ਤੇ ਜ਼ੋਰ ਦਿੱਤਾ ਗਿਆ। ਸ਼੍ਰੀ ਗੁਰੂ ਅੰਗਦ ਦੇਵ ਜੀ ਨੇ ਗੁਰਮੁਖੀ ਲਿਪੀ ਦੀ ਵਰਤਮਾਨ ਸਰੂਪ ਦੀ ਖੋਜ ਵੀ ਕੀਤੀ। ਉਹਨਾਂ ਤੋਂ ਬਾਅਦ ਸ਼੍ਰੀ ਗੁਰੂ ਅਮਰਦਾਸ ਜੀ ਨੇ ਤੀਸਰੇ ਗੁਰੂ ਦੇ ਰੂਪ ਵਿੱਚ ਇਹਨਾਂ ਲੋਕ ਭਲਾਈ ਤੇ ਬਿਹਤਰ ਸਮਾਜ ਦੇ ਨਿਰਮਾਣ ਕਾਰਜਾਂ ਨੂੰ ਅੱਗੇ ਵਧਾਇਆ। ਉਹਨਾਂ ਆਨੰਦ ਸਾਹਿਬ ਸਮੇਤ 907 ਸ਼ਬਦਾਂ ਦੀ ਰਚਨਾ ਕੀਤੀ ਤੇ ਮੰਜੀ ਪ੍ਰਥਾ, ਜਿਸ ਨੂੰ ਮਸੰਦ ਪ੍ਰਥਾ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ, ਉਸ ਦੀ ਸ਼ੁਰੂਆਤ ਕੀਤੀ। ਇਸ ਪ੍ਰਥਾ ਵਿੱਚ 22 ਮਸੰਦਾਂ ਯਾਨੀ ਸਮਰਪਿਤ ਸਿੱਖਾਂ ਨੂੰ ਪੰਜਾਬ, ਹਰਿਆਣਾ, ਹਿਮਾਚਲ, ਪਾਕਿਸਤਾਨ ਤੇ ਅਫਗਾਨਿਸਤਾਨ ਵਿੱਚ ਲੋਕਾਂ ਨੂੰ ਆਪਣੇ ਨਾਲ ਜੋੜਨ ਦਾ ਕੰਮ ਸੌਂਪਿਆ ਗਿਆ। ਇਹ ਮਸੰਦ ਲੱਕੜ ਦੇ ਮੰਜੇ ਤੇ ਬੈਠ ਕੇ ਗੁਰੂ ਸਾਹਿਬ ਦੇ ਸਿਧਾਂਤਾਂ ਦਾ ਪ੍ਰਚਾਰ ਕਰਦੇ ਅਤੇ ਉਹਨਾਂ ਦੇ ਸ਼ਬਦਾਂ ਨੂੰ ਗਾ ਕੇ ਸੰਗਤ ਨੂੰ ਸੁਣਾ ਕੇ ਆਪਣੇ ਨਾਲ ਜੋੜਦੇ ਸਨ। ਸ਼੍ਰੀ ਗੁਰੂ ਅਮਰਦਾਸ ਜੀ ਤੋਂ ਬਾਅਦ ਸ਼੍ਰੀ ਗੁਰੂ ਰਾਮਦਾਸ ਜੀ ਨੇ ਚੌਥੇ ਗੁਰੂ ਦੇ ਰੂਪ ਵਿੱਚ ਗੁਰੂ ਗੱਦੀ ਸੰਭਾਲੀ ਤੇ ਉਹਨਾਂ ਸਿੱਖ ਧਰਮ ਨੂੰ ਹੋਰ ਮਜ਼ਬੂਤੀ ਵੱਲ ਤੋਰਿਆ। ਉਹਨਾਂ ਰਾਮਦਾਸਪੁਰ ਨਗਰ ਵਸਾਇਆ, ਜਿਸ ਨੂੰ ਅੱਜ-ਕੱਲ੍ਹ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਉਸ ਨਗਰ ਵਿੱਚ ਉਹਨਾਂ ਇੱਕ ਪਵਿੱਤਰ ਸਰੋਵਰ ਦਾ ਨਿਰਮਾਣ ਕੀਤਾ, ਜਿਸ ਨੂੰ ਰਾਮਦਾਸ ਸਰੋਵਰ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਸ਼੍ਰੀ ਗੁਰੂ ਰਾਮਦਾਸ ਜੀ ਨੇ 688 ਸ਼ਬਦਾਂ ਦੀ ਰਚਨਾ ਵੀ ਕੀਤੀ। ਸ਼੍ਰੀ ਗੁਰੂ ਰਾਮਦਾਸ ਜੀ ਤੋਂ ਬਾਅਦ ਸ਼੍ਰੀ ਗੁਰੂ ਅਰਜਨ ਦੇਵ ਜੀ ਪੰਜਵੇਂ ਗੁਰੂ ਦੇ ਰੂਪ ਵਿੱਚ 16 ਸਤੰਬਰ 1581 ਈਸਵੀ ਨੂੰ ਗੁਰੂ ਗੱਦੀ ਤੇ ਵਿਰਾਜਮਾਨ ਹੋਏ। ਉਹਨਾਂ ਆਪਣੇ ਪਿਤਾ ਦੇ ਨਕਸ਼ੇ ਕਦਮ ਤੇ ਚੱਲਦੇ ਹੋਏ ਸ਼੍ਰੀ ਹਰਿਮੰਦਰ ਸਾਹਿਬ ਦਾ ਨਿਰਮਾਣ ਕਾਰਜ ਆਰੰਭ ਕਰਵਾਇਆ, ਜਿੱਥੇ ਉਹਨਾਂ ਦੇ ਪਿਤਾ ਜੀ ਨੇ ਪਵਿੱਤਰ ਸਰੋਵਰ ਦਾ ਨਿਰਮਾਣ ਕੀਤਾ ਸੀ। ਸ਼੍ਰੀ ਹਰਿਮੰਦਰ ਸਾਹਿਬ ਦਾ ਨੀਂਹ ਪੱਥਰ ਗੁਰੂ ਸਾਹਿਬ ਨੇ ਇੱਕ ਮੁਸਲਮਾਨ ਸੰਤ ਮੀਆਂ ਮੀਰ ਦੁਆਰਾ ਰਖਵਾਇਆ ਸੀ। ਗੁਰੂ ਅਰਜਨ ਦੇਵ ਜੀ ਨੇ 2218 ਸ਼ਬਦਾਂ ਦੀ ਰਚਨਾ ਕੀਤੀ ਤੇ ਉਹਨਾਂ ਆਪਣੇ ਤੋਂ ਪਹਿਲਾਂ ਦੇ ਗੁਰੂ ਸਾਹਿਬਾਨ ਤੇ ਦੂਸਰੇ ਵਿਦਵਾਨਾਂ ਤੇ ਭਗਤਾਂ ਦੀਆਂ ਰਚਨਾਵਾਂ ਨੂੰ ਸ਼ਾਮਲ ਕਰ ਆਦਿ ਗ੍ਰੰਥ ਦੀ ਰਚਨਾ ਕੀਤੀ। ਗੁਰੂ ਸਾਹਿਬ ਦੁਆਰਾ ਕੀਤੇ ਜਾ ਰਹੇ ਕਾਰਜਾਂ ਨਾਲ ਉਹਨਾਂ ਦੀ ਪ੍ਰਸਿੱਧੀ ਹਰ ਪਾਸੇ ਹੋਣ ਲੱਗ ਪਈ ਸੀ। ਹਰ ਧਰਮ ਤੇ ਹਰ ਜਾਤ ਦੇ ਲੋਕ ਉਹਨਾਂ ਦੇ ਸ਼ਰਧਾਲੂ ਬਣਨ ਲੱਗ ਪਏ ਸਨ। ਗੁਰੂ ਸਾਹਿਬ ਦੀ ਵੱਧਦੀ ਹੋਈ ਲੋਕਪ੍ਰਿਯਤਾ ਨੂੰ ਦੇਖ ਕੇ ਉਸ ਸਮੇਂ ਦੇ ਮੁਗਲ ਰਾਜ ਦੇ ਮੁੱਲਾ ਮੌਲਵੀ ਈਰਖਾ ਨਾਲ ਭਰ ਗਏ ਤੇ ਮੁਗਲ ਸ਼ਾਸਕ ਜਹਾਂਗੀਰ ਦੇ ਕੰਨ ਭਰਨ ਲੱਗ ਪਏ। ਜਦੋਂ ਜਹਾਂਗੀਰ ਦੇ ਪੁੱਤਰ ਅਮੀਰ ਖੁਸਰੋ ਨੇ ਜਹਾਂਗੀਰ ਖਿਲਾਫ ਵਿਦਰੋਹ ਕਰ ਦਿੱਤਾ ਸੀ, ਰਸਤੇ ਵਿੱਚ ਉਹ ਗੁਰੂ ਸਾਹਿਬ ਦੇ ਦਰਸ਼ਨਾਂ ਲਈ ਤਰਨਤਾਰਨ ਰੁਕਿਆ ਸੀ। ਇਸ ਮਿਲਣੀ ਨੂੰ ਗਲਤ ਢੰਗ ਨਾਲ ਜਹਾਂਗੀਰ ਦੇ ਸਾਹਮਣੇ ਪੇਸ਼ ਕੀਤਾ ਗਿਆ ਤੇ ਗੁਰੂ ਸਾਹਿਬ ਨੂੰ ਖੁਸਰੋ ਦੇ ਵਿਦਰੋਹ ਦਾ ਸਮਰਥਕ ਠਹਿਰਾਉਣ ਦੀ ਕੋਸ਼ਿਸ਼ ਮੁਗਲ ਦਰਬਾਰੀਆਂ ਵੱਲੋਂ ਜਾਣਬੁੱਝ ਕੇ ਕੀਤੀ ਗਈ। ਖੁਸਰੋ ਨੂੰ ਬੰਦੀ ਬਣਾ ਕੇ ਅੰਨਾ ਕਰ ਜੇਲ੍ਹ ਵਿੱਚ ਸੁੱਟ ਦਿੱਤਾ ਗਿਆ। ਜਹਾਂਗੀਰ ਨੇ ਇਸ ਤੋਂ ਬਾਅਦ ਗੁਰੂ ਅਰਜਨ ਦੇਵ ਜੀ ਨੂੰ ਬੁਲਾ ਕੇ ਖੁਸਰੋ ਦੀ ਹਿਮਾਇਤ ਕਰਨ ਦਾ ਇਲਜ਼ਾਮ ਲਗਾਇਆ। ਉਸ ਨੇ ਗੁਰੂ ਸਾਹਿਬ ਦੁਆਰਾ ਦਿੱਤੇ ਗਏ ਸਪਸ਼ਟੀਕਰਨ ਨੂੰ ਅਣਸੁਣਿਆ ਕਰ ਦਿੱਤਾ। ਜਹਾਂਗੀਰ ਨੇ ਗੁਰੂ ਸਾਹਿਬ ਨੂੰ 2 ਲੱਖ ਰੁਪਏ ਜੁਰਮਾਨਾ ਦੇਣ ਤੇ ਆਦਿ ਗ੍ਰੰਥ ਵਿੱਚੋਂ ਕੁਝ ਸ਼ਬਦ ਹਟਾਉਣ ਦੀ ਸਜ਼ਾ ਸੁਣਾਈ, ਜੋ ਕਿ ਗੁਰੂ ਸਾਹਿਬ ਨੇ ਮੰਨਣ ਤੋਂ ਇਨਕਾਰ ਕਰ ਦਿੱਤਾ, ਕਿਉਂਕਿ ਉਹ ਆਉਣ ਵਾਲਾ ਸਮਾਂ ਦੇਖ ਚੁੱਕੇ ਸਨ। ਉਹਨਾਂ ਨੂੰ ਅਕਾਲ ਪੁਰਖ ਦਾ ਸੰਦੇਸ਼ ਮਿਲ ਚੁੱਕਾ ਸੀ। ਜਹਾਂਗੀਰ ਨੇ ਗੁਰੂ ਜੀ ਨੂੰ ਲਾਹੌਰ ਜੇਲ੍ਹ ਵਿੱਚ ਕੈਦ ਕਰ ਦਿੱਤਾ। ਜੇਠ ਦਾ ਮਹੀਨਾ ਤੇ ਅੱਤ ਦੀ ਗਰਮੀ, ਮੁਗਲ ਜ਼ਾਲਮਾਂ ਨੇ ਗੁਰੂ ਸਾਹਿਬ ਨੂੰ ਤੋੜਨ ਲਈ ਤਸੀਹੇ ਦੇਣੇ ਸ਼ੁਰੂ ਕਰ ਦਿੱਤੇ। ਉਹਨਾਂ ਇੱਕ ਤਵੀ ਅੱਗ ਦੇ ਭਾਂਬੜ ਬਾਲ ਕੇ ਉਸ ਉੱਤੇ ਰੱਖ ਦਿੱਤੀ। ਜਦ ਤਵੀ ਪੂਰੀ ਤਰ੍ਹਾਂ ਲਾਲ ਹੋ ਗਈ, ਸੁਰਖ ਹੋ ਗਈ, ਉਹਨਾਂ ਗੁਰੂ ਸਾਹਿਬ ਨੂੰ ਉਸ ਉੱਤੇ ਬੈਠਣ ਲਈ ਕਿਹਾ। ਗੁਰੂ ਅਰਜਨ ਦੇਵ ਜੀ ਮੁਸਕਰਾ ਕੇ ਤਵੀ ਵੱਲ ਤੁਰੇ ਤੇ ਉਸ ਅਕਾਲ ਪੁਰਖ ਦੀ ਰਜ਼ਾ ਸਮਝ ਕੇ ਤਵੀ ਤੇ ਬੈਠ ਗਏ। ਦੋਸਤੋ, ਜ਼ਰਾ ਸੋਚ ਕੇ ਦੇਖੋ, ਮਹਿਸੂਸ ਕਰੋ, ਜਦੋਂ ਸਾਡੇ ਸਰੀਰ ਦੇ ਕਿਸੇ ਅੰਗ ਨੂੰ ਜ਼ਰਾ ਜਿਹਾ ਸੇਕ ਲੱਗਦਾ ਹੈ ਤਾਂ ਕਿੰਨਾ ਦਰਦ ਮਹਿਸੂਸ ਹੁੰਦਾ ਹੈ। ਇੱਕ ਚੀਖ ਨਿਕਲ ਜਾਂਦੀ ਹੈ ਮੂੰਹ ਵਿੱਚੋਂ। ਪਰ ਗੁਰੂ ਸਾਹਿਬ 'ਚ ਕਿੰਨੀ ਸਹਿਣ ਸ਼ਕਤੀ ਹੋਏਗੀ, ਜਿਹੜੇ ਉਸ ਤੱਤੀ ਤਵੀ ਤੇ ਮੁਸਕਰਾਉਂਦੇ ਹੋਏ ਬਿਲਕੁਲ ਸ਼ਾਂਤ ਆਪਣੇ ਧਿਆਨ ਵਿੱਚ ਬੈਠ ਗਏ। ਇੰਜ ਪ੍ਰਤੀਤ ਹੁੰਦਾ ਸੀ ਜਿਵੇਂ ਤਵੀ ਵੀ ਗੁਰੂ ਸਾਹਿਬ ਦੇ ਸਪਰਸ਼ ਨਾਲ ਉਹਨਾਂ ਦੀ ਛੋਹ ਪਾ ਕੇ ਠੰਡੀ ਹੋ ਗਈ ਸੀ। ਪਰ ਮੁਗਲ ਜ਼ਾਲਮਾਂ ਨੇ ਇੱਥੇ ਹੀ ਬਸ ਨਹੀਂ ਕੀਤੀ, ਉਹਨਾਂ ਦਾ ਮਨ ਨਹੀਂ ਸੀ ਭਰਿਆ। ਉਹਨਾਂ ਗੁਰੂ ਜੀ ਉੱਪਰ ਗਰਮ ਰੇਤ ਤੇ ਉਬਲਦਾ ਹੋਇਆ ਪਾਣੀ ਨਾਲ-ਨਾਲ ਪਾਉਣਾ ਸ਼ੁਰੂ ਕਰ ਦਿੱਤਾ। ਪਰ ਗੁਰੂ ਸਾਹਿਬ ਬਿਲਕੁਲ ਸ਼ਾਂਤ ਉਸ ਤਸ਼ੱਦਦ ਨੂੰ ਸਹਿੰਦੇ ਰਹੇ। 5 ਦਿਨ ਲਗਾਤਾਰ ਇਹ ਤਸੀਹੇ ਗੁਰੂ ਜੀ ਨੂੰ ਦਿੱਤੇ ਗਏ। ਗੁਰੂ ਜੀ ਨੇ
30 ਮਈ 1606 ਈਸਵੀ ਨੂੰ ਇਸ਼ਨਾਨ ਕਰਨ ਦੀ ਇੱਛਾ ਪ੍ਰਗਟ ਕੀਤੀ। ਉਹਨਾਂ ਨੂੰ ਰਾਵੀ ਨਦੀ ਦੇ ਕੋਲ ਲਿਜਾਇਆ ਗਿਆ। ਗੁਰੂ ਜੀ ਇਸ਼ਨਾਨ ਕਰਨ ਲਈ ਨਦੀ 'ਚ ਉਤਰੇ ਅਤੇ ਨਦੀ ਵਿੱਚ ਸਮਾ ਗਏ। ਉਹਨਾਂ ਦੀ ਦੇਹ ਦਾ ਕੋਈ ਅਤਾ ਪਤਾ ਮੁਗਲਾਂ ਨੂੰ ਨਹੀਂ ਸੀ ਲੱਗਿਆ। ਗੁਰੂ ਅਰਜਨ ਦੇਵ ਜੀ ਨੇ ਮੁਗਲ ਰਾਜ ਦੇ ਜ਼ੁਲਮ ਖਿਲਾਫ ਨਾ ਝੁਕ ਕੇ ਆਪਣੀ ਸ਼ਹਾਦਤ ਦੇ ਕੇ ਇੱਕ ਨਵੀਂ ਪਰੰਪਰਾ ਦੀ ਸ਼ੁਰੂਆਤ ਕੀਤੀ, ਜਿਸ ਦੀ ਮਿਸਾਲ ਸ਼ਾਇਦ ਹੀ ਕਦੇ ਕਿਤੇ ਮਿਲਦੀ ਹੋਵੇ। ਇਹ ਉਸ ਸਮੇਂ ਦੀ ਲੋੜ ਵੀ ਸੀ। ਉਸ ਸਮੇਂ ਸਾਰਾ ਉੱਤਰੀ ਭਾਰਤ ਦਿੱਲੀ ਤੋਂ ਲੈ ਕੇ ਅਫਗਾਨਿਸਤਾਨ ਤੱਕ ਜ਼ੁਲਮ ਦੇ ਰਾਜ ਹੇਠ ਸੀ। ਲੋਕ ਬਹੁਤ ਹੀ ਡਰੇ ਸਹਿਮੇ ਰਹਿੰਦੇ ਸਨ, ਕਾਇਰ ਬਣ ਚੁੱਕੇ ਸਨ। ਹਰ ਤਰ੍ਹਾਂ ਦਾ ਜ਼ੁਲਮ ਉਹਨਾਂ ਉੱਤੇ ਕੀਤਾ ਜਾਂਦਾ ਸੀ। ਗੁਰੂ ਸਾਹਿਬ ਦੀ ਸ਼ਹਾਦਤ ਨੇ ਸਾਰੇ ਉੱਤਰੀ ਭਾਰਤ ਦੇ ਲੋਕਾਂ ਦੀਆਂ ਅੱਖਾਂ ਖੋਲ੍ਹ ਕੇ ਰੱਖ ਦਿੱਤੀਆਂ ਅਤੇ ਪੰਜਾਬ ਦੇ ਇਤਿਹਾਸ ਦਾ ਇਹ ਇੱਕ ਟਰਨਿੰਗ ਪੁਆਇੰਟ ਸੀ। 6ਵੇਂ ਗੁਰੂ ਦੇ ਰੂਪ ਵਿੱਚ 11 ਜੂਨ 1606 ਈਸਵੀ ਨੂੰ ਗੁਰੂ ਗੱਦੀ ਸੰਭਾਲਦਿਆਂ ਸਾਰ ਹੀ ਗੁਰੂ ਹਰਗੋਬਿੰਦ ਜੀ ਨੇ 2 ਤਲਵਾਰਾਂ ਧਾਰਨ ਕੀਤੀਆਂ ਅਤੇ ਆਪਣੀ ਪਗੜੀ ਤੇ ਕਲਗੀ ਸਜਾਉਣ ਲੱਗ ਪਏ, ਜੋ ਕਿ ਉਸ ਸਮੇਂ ਦੇ ਸ਼ਾਸਕ ਹੀ ਸਜਾਉਂਦੇ ਸਨ। ਉਹਨਾਂ ਨੇ ਮਹਿਸੂਸ ਕਰ ਲਿਆ ਸੀ ਕਿ ਜ਼ੁਲਮ ਨੂੰ ਸਮਾਪਤ ਕਰਨ ਲਈ ਭਗਤੀ ਦੇ ਨਾਲ-ਨਾਲ ਸ਼ਕਤੀਸ਼ਾਲੀ ਬਣਨ ਦੀ ਵੀ ਲੋੜ ਹੈ। ਗੁਰੂ ਹਰਗੋਬਿੰਦ ਸਾਹਿਬ ਦੇ ਇਸ ਰੂਪ ਨੇ ਸਾਰੇ ਉੱਤਰੀ ਭਾਰਤ ਦੇ ਲੋਕਾਂ ਵਿੱਚ ਇੱਕ ਨਵੀਂ ਆਸ ਜਗਾ ਦਿੱਤੀ। ਗੁਰੂ ਸਾਹਿਬ ਨੇ ਆਪ ਲੋਕਾਂ ਨੂੰ ਮਾਰਸ਼ਲ ਆਰਟ ਸਿਖਾਉਣ ਦੀ ਸ਼ੁਰੂਆਤ ਕੀਤੀ, ਜਿਸ ਨੂੰ ਗੱਤਕਾ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਉਹਨਾਂ ਅਕਾਲ ਤਖਤ ਦਾ ਨਿਰਮਾਣ ਕੀਤਾ ਸ੍ਰੀ ਹਰਿਮੰਦਰ ਸਾਹਿਬ ਦੇ ਸਾਹਮਣੇ। ਗੁਰੂ ਜੀ ਦੇ ਇਸ ਕਦਮ ਨਾਲ ਸਿੱਖਾਂ ਦੇ ਸੈਨਿਕੀਕਰਨ ਦੀ ਸ਼ੁਰੂਆਤ ਹੋ ਚੁੱਕੀ ਸੀ ਤੇ ਮੁਗਲਾਂ ਨੇ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕਰਕੇ ਆਪਣੇ ਤਬੂਤ ਵਿੱਚ ਇੱਕ ਪਹਿਲਾ ਤੇ ਬਹੁਤ ਹੀ ਮਜ਼ਬੂਤ ਕਿਲ ਆਪ ਹੀ ਠੋਕ ਲਿਆ ਸੀ। ਪੰਜਾਬ ਵਿੱਚ ਇੱਕ ਨਵੀਂ ਸ਼ਕਤੀ ਦਾ ਸੰਚਾਰ ਹੋਣਾ ਸ਼ੁਰੂ ਹੋ ਚੁੱਕਾ ਸੀ।